Good morning, students. So, beta, today 25th March. So, ਆਪਾਂ ਅੱਜ ਸਟਾਰਟ ਕਰਨ ਲੱਗੇ ਹਾਂ ਵਿਦ ਕੁਆਂਟੀਟੇਟਿਵ ਮੈਥਡਸ। ਠੀਕ ਹੈ। ਸੋ ਤੁਸੀਂ ਉਹੀ TR ਜੈਨ ਤੇ VK ਪਬਲੀਕੇਸ਼ਨਸ ਦੀ ਬੁੱਕ ਹੈ ਜਿਹੜੀ ਉਹ ਬਾਈ ਕਰਨੀ ਹੈ। ਠੀਕ ਹੈ। ਤਾਂ ਤੁਹਾਡੇ ਕੋਲ ਬੇਸਿਕਲੀ ਜਿਹੜਾ ਇਸ ਵਾਰੀ ਤੁਹਾਡਾ ਟੌਪਿਕ ਹੈਗਾ ਸਾਰੇ ਉਹ ਨੂਮੈਰੀਕਲ ਕਨਸੈਪਟ ਜ਼ਿਆਦਾ ਨੇ। ਠੀਕ ਹੈ। 70% ਹੈ ਜਿਹੜਾ ਉਹ ਥਿਓਰੈਟੀਕਲ ਕਨਸੈਪਟ ਨੂਮੈਰੀਕਲ ਕਨਸੈਪਟ ਹੈ, ਬਾਕੀ ਥਿਊਰੀ ਆਊਗੀ ਤੁਹਾਨੂੰ। ਠੀਕ ਹੈ। ਸੋ ਤੁਹਾਨੂੰ ਮੈਂ ਸਿਲੇਬਸ ਪਹਿਲਾਂ ਆਲਰੇਡੀ ਸ਼ੇਅਰ ਕਰ ਚੁੱਕੀ ਹਾਂ। ਸੋ ਵੀ ਆਰ ਗੋਇੰਗ ਟੂ ਸਟਾਰਟ ਵਿਦ ਤੁਹਾਡੇ ਕੋਲ ਬੇਟਾ ਜਿਵੇਂ 4 ਯੂਨਿਟ ਨੇ ਨਾ, ਯੂਨਿਟ 1 2 3 ਐਂਡ 4। ਠੀਕ ਹੈ। ਸੋ ਆਪਾਂ ਸਟਾਰਟ ਕਰਨ ਲੱਗੇ ਹਾਂ 4th ਯੂਨਿਟ ਦੇ ਨਾਲ ਟਾਈਮ ਸੀਰੀਜ਼ ਐਨਾਲਿਸਿਸ। ਠੀਕ ਹੈ। ਟਾਈਮ ਸੀਰੀਜ਼ ਵਾਲੇ ਚੈਪਟਰ ਦੇ ਨਾਲ ਆਪਾਂ ਅੱਜ ਸਟਾਰਟਅਪ ਕਰਨ ਲੱਗੇ ਹਾਂ। ਜਿਹੜਾ ਤੁਹਾਡਾ 4th ਯੂਨਿਟ ਹੈ ਇਹਦੇ ਵਿੱਚ ਤੁਹਾਡੇ ਕੋਲ ਬੇਸਿਕਲੀ 2 ਹੀ ਚੈਪਟਰ ਆਉਂਦੇ ਨੇ ਬੇਟਾ, ਇੰਡੈਕਸ ਨੰਬਰ ਤੇ ਟਾਈਮ ਸੀਰੀਜ਼। ਮਤਲਬ ਕਾਫੀ ਤੁਹਾਨੂੰ ਜਿਹੜਾ ਹੈ ਈਜ਼ੀ ਹੋਊਗਾ ਇਸ ਅਟੈਂਪਟ ਕਰਨਾ ਯੂਨਿਟ ਨੂੰ। ਇਸ ਲਈ ਜਿਵੇਂ 18 ਨੰਬਰ ਦਾ ਤੁਹਾਨੂੰ ਲੌਂਗ ਕੁਐਸਚਨ ਆਉਂਦਾ ਨਾ, ਸੋ ਮੇਰੀ ਪ੍ਰਾਇੋਰਟੀ ਹੈ ਪਹਿਲਾਂ ਕਿ ਜਿਵੇਂ ਤੁਹਾਡਾ ਪਾਸ ਹੋਣ ਚੁੱਕਾ ਜਿਹੜਾ ਕੰਮ ਹੈ ਉਹ ਵੈਰੀ ਈਜ਼ੀਲੀ ਮੈਂ ਤੁਹਾਡਾ ਨਾ ਖ਼ਤਮ ਕਰਵਾ ਦੂੰਗੀ। ਜਿਵੇਂ ਤੁਹਾਡੇ 4th ਯੂਨਿਟ ਹੈ ਅਤੇ 3rd ਯੂਨਿਟ ਹੈ। ਠੀਕ ਹੈ ਨਾ। ਤਾਂ ਉਹ ਤੁਹਾਡਾ ਜਸਟ ਮਿੰਟ ਬੇਟਾ, ਜਿਹੜਾ ਤੁਹਾਡਾ 3rd ਅਤੇ 4th ਯੂਨਿਟ ਹੈ ਨਾ, ਬੇਸਿਕਲੀ ਉਹ ਤੁਹਾਡਾ ਜਿਹੜਾ ਹੈ ਉੱਥੇ ਤੁਹਾਨੂੰ ਐਕਸਪੈਕਟਡ ਕੁਐਸਚਨਸ ਨੇ ਜਿਹੜੇ ਪਹਿਲਾਂ ਰੈਡੀ ਹੋ ਜਾਣਗੇ। ਫਿਰ ਜਿਹੜਾ ਤੁਹਾਡਾ 1st ਅਤੇ 2nd ਯੂਨਿਟ ਥੋੜ੍ਹਾ ਜਿਹਾ ਵੱਡਾ ਹੈ। ਠੀਕ ਹੈ। ਤਾਂ ਉਹਨੂੰ ਆਪਾਂ ਨੂੰ ਟਾਈਮ ਲੱਗੂਗਾ ਅਤੇ ਉਹਦੇ 'ਚ ਥੋੜ੍ਹੀਆਂ ਜਿਹੀਆਂ ਜਿਹੜੇ ਆਪਾਂ ਨੂੰ ਚੁਆਇਸ ਹੈ ਉਹ ਵੀ ਥੋੜ੍ਹੀ ਜਿਹੀ ਘੱਟ ਮਿਲਦੀ ਹੈਗੀ ਹੈ। ਲਾਈਕ ਕਾਫੀ ਚੈਪਟਰਸ ਉੱਥੇ ਰੈਡੀ ਕਰਨੇ ਪੈਂਦੇ ਨੇ। ਠੀਕ ਹੈ। ਸੋ ਯੂਨਿਟ 4 ਦੇ ਆਪਾਂ ਟਾਈਮ ਸੀਰੀਜ਼ ਐਨਾਲਿਸਿਸ ਵਾਲੇ ਚੈਪਟਰ ਦੇ ਨਾਲ ਸਟਾਰਟ ਕਰਨ ਲੱਗੇ ਹਾਂ। ਟਾਈਮ ਦੇਖੋ 2 ਚੀਜ਼ਾਂ ਹੁੰਦੀਆਂ ਨੇ ਬੱਚੇ, ਜਿੱਦਾਂ today 25 March 2021 unit 4 time series analysis। ਬੱਚੇ ਇੱਕ ਹੁੰਦੀ ਹੈ ਇੰਡੀਪੈਂਡੈਂਟ ਵੇਰੀਏਬਲ, ਇੱਕ ਹੁੰਦਾ ਹੈ ਡਿਪੈਂਡੈਂਟ ਵੇਰੀਏਬਲ। ਦੇਖੋ ਜਿਹੜਾ ਤਾਂ ਟਾਈਮ ਹੈ ਆਪਾਂ ਹਮੇਸ਼ਾ ਕਹਿੰਦੇ ਹਾਂ ਨਾ ਦੈਟ ਟਾਈਮ ਸਟੋਪਸ ਫॉर ਨੋਬਡੀ। ਟਾਈਮ ਕਿਸੇ ਲਈ ਵੀ ਰੁਕਦਾ ਨਹੀਂ ਹੈ। ਠੀਕ ਹੈ। ਟਾਈਮ ਨੈਵਰ ਸਟੋਪਸ ਫॉर ਐਨੀਵਨ। ਸੋ ਟਾਈਮ ਕੀ ਹੈ ਤੁਹਾਡਾ ਇੰਡੀਪੈਂਡੈਂਟ ਵੇਰੀਏਬਲ ਹੈ। ਟਾਈਮ ਦੇ ਕੋਰਸਪੋਂਡਿੰਗਲੀ you will have the other variable. The other variable will be dependent upon time. That can be output ਹੁੰਦੀ ਹੈ production, sales, profit or any other variable like ਤੁਸੀਂ ਕਿਸੇ ਜਿੱਦਾਂ ਪਲੇਅਰ ਹੈ ਉਹਦੀ ਪਰਫਾਰਮੈਂਸ ਨੂੰ ਮੈਜਰ ਕਰਨਾ ਓਵਰ ਦ ਈਅਰਸ। ਠੀਕ ਹੈ। ਕਿਸੇ ਫਰਮ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਮੈਜਰ ਕਰਨਾ ਓਵਰ ਦ ਈਅਰ। ਤਾਂ ਉਹ ਜਿਹੜਾ ਡਿਪੈਂਡੈਂਟ ਵੇਰੀਏਬਲ ਹੈ ਦੈਟ ਕੈਨ ਬੀ ਐਨੀਵਨ, ਬਟ ਇੰਡੀਪੈਂਡੈਂਟ ਵੇਰੀਏਬਲ ਵਿਲ ਬੀ ਦ ਟਾਈਮ। ਟਾਈਮ ਇੱਕ independent variable होगा। So here we will study that how the other variable is doing its work irrespective of time, क्योंकि टाइम ने स्टॉप नहीं करना। प्रोडक्शन, सेल्स, प्रॉफिट्स ने जड़ियाँ वो विद रिस्पैक्ट टू टाइम बदलदियाँ रहनगियाँ। सो PG Moore says series की है it is a values over a period of time is called a time series। like उन्होंने डाटा थानू शो किया कि पॉपूलेशन ऑफ इंडिया इन डिफरेंट डिकेड्स होंगे 10 साल का पीरियड। 41 ਦੇ ਵਿੱਚ ਆ ਪੋਪੂਲੇਸ਼ਨ ਸੀ, 51 ਵਿੱਚ ਇਹ, 61 71 81 then 91 ਪੋਪੂਲੇਸ਼ਨ ਹੈ। ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਪੜ੍ਹਾਇਆ ਹੋਣਾ ਹੈ ਕਿ ਜਿਹੜਾ ਪੋਪੂਲੇਸ਼ਨ ਦਾ ਸੈਂਸਸ ਹੈ ਜਿਹੜੀ ਕੈਲਕੂਲੇਸ਼ਨ ਹੈ ਆਫਟਰ ਐਵਰੀ 10 ਈਅਰਸ ਕੀਤੀ ਜਾਂਦੀ ਹੈ। ਇਸ ਕਰਕੇ 10 ਈਅਰਸ
ਈਅਰਸ ਦਾ ਜਿਹੜਾ ਗੈਪ ਉਹ ਸ਼ੋ ਕੀਤਾ ਹੈ। ਤਾਂ ਇਹ ਕਿਤੇ ਵੀ ਉਹ ਜਿਹੜਾ ਆਪਾਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇ ਨਾਲ ਰਿਜਿਡ ਹੋ ਕੇ ਨਹੀਂ ਚੱਲਣਾ ਕਿ 10-10 ਸਾਲ ਦਾ ਗੈਪ ਹੈ। ਕਈ ਵਾਰ 41, 42, 43 ਇਸ ਤਰ੍ਹਾਂ ਦੀ ਸੀਰੀਜ਼ ਵੀ ਮਿਲ ਸਕਦੀ ਹੈ, ਕਈ ਵਾਰ 5-5 ਸਾਲਾਂ ਦੇ ਗੈਪ ਦੇ ਨਾਲ, ਕਈ ਵਾਰੀ 10-10 ਸਾਲ ਹੈ। ਸਮਟਾਈਮਸ ਤੁਹਾਨੂੰ ਸੀਰੀਜ਼ ਹੈਪਹੈਜ਼ਰਡ ਵੀ ਮਿਲ ਸਕਦੀ ਹੈ। 41 ਤੋਂ ਬਾਅਦ 45 ਆ ਗਿਆ, ਫਿਰ 46 ਆ ਗਿਆ, ਫਿਰ 50 ਆ ਗਿਆ, ਫਿਰ 52 ਆ ਗਿਆ, ਫਿਰ 54 ਆ ਗਿਆ। ਤਾਂ ਇਸ ਚੀਜ਼ ਦਾ ਤੁਹਾਡੀ ਕੈਲਕੂਲੇਸ਼ਨ ਦੇ ਉੱਤੇ ਕੋਈ ਇੰਪੈਕਟ ਨਹੀਂ ਹੋਗਾ। ਯੂ ਜਸਟ ਹੈਵ ਟੂ ਸੀ ਓਵਰ ਦ ਸੀਰੀਜ਼ ਕਿ ਜਿਹੜਾ ਤੁਹਾਡਾ ਟਾਈਮ ਵਾਲਾ ਵੇਰੀਏਬਲ ਹੈ ਉਹ ਕਿਸ ਤਰ੍ਹਾਂ ਦੇ ਨਾਲ ਬਦਲ ਰਿਹਾ ਹੈ। ਜਿਹੜਾ ਡਿਪੈਂਡੈਂਟ ਵੇਰੀਏਬਲ ਹੈ ਇਹ ਕੈਲਕੂਲੇਸ਼ਨ ਦੇ ਉੱਤੇ ਡਿਪੈਂਡ ਕਰੂਗਾ। ਜਿਹੜੇ ਈਅਰਸ ਨੇ ਉਹਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਤੁਸੀਂ ਦੇਖਣੀ ਹੋਊਗੀ ਕਿ ਕਿੱਦਾਂ ਕਿੱਦਾਂ ਚੇਂਜਸ ਹੋ ਰਹੀਆਂ ਨੇ। ਸੋ ਅ ਸੈਟ ਆਫ ਆਬਜ਼ਰਵੇਸ਼ਨਸ ਟੇਕਨ ਓਵਰ ਅ ਪੀਰੀਅਡ ਆਫ ਟਾਈਮ ਇਜ਼ ਕਾਲਡ ਅ ਟਾਈਮ ਸੀਰੀਜ਼। ਸੋ ਉਹੀ ਇੰਡੀਪੈਂਡੈਂਟ ਤੇ ਡਿਪੈਂਡੈਂਟ ਵੇਰੀਏਬਲ ਦੀ ਗੱਲ ਕੀਤੀ ਹੈ। ਟਾਈਮ ਇਜ਼ ਕੰਸੀਡਰਡ ਐਜ਼ ਇੰਡੀਪੈਂਡੈਂਟ ਵੇਰੀਏਬਲ, ਅਦਰ ਵੇਰੀਏਬਲ ਇਜ਼ ਕੰਸੀਡਰਡ ਐਜ਼ ਡਿਪੈਂਡੈਂਟ ਵੇਰੀਏਬਲ। ਡਿਪੈਂਡੈਂਟ ਵੇਰੀਏਬਲ ਕੀ ਕਰਦਾ ਹੈ? ਇਟ ਸ਼ੋਜ਼ ਦ ਚੇਂਜਸ ਇਨ ਦ ਇਫੈਕਟਸ ਆਫ ਡਾਟਾ ਓਵਰ ਅ ਪੀਰੀਅਡ ਆਫ time, like population of a country or monthly production of food grains or changes in sales or cost over period of time are examples of time series. Any definition? Then objectives or importance of times। ਬਟ ਇਹ ਜਿਹੜਾ ਇਹਦੇ ਵਿੱਚੋਂ ਵੈਸੇ ਜਿਹੜਾ ਸ਼ਾਰਟ ਨੋਟ ਵਾਸਤੇ ਹੀ 2 ਨੰਬਰ ਵਾਸਤੇ ਹੀ ਆਊਗਾ, ਅਦਰਵਾਈਜ਼ ਟਾਈਮ ਸੀਰੀਜ਼ ਦੇ ਉੱਤੇ ਲੌਂਗ ਕੁਐਸਚਨ ਹੈ ਜਿਹੜਾ ਉਹ ਨੂਮੈਰੀਕਲ ਹੀ ਆਉਂਦਾ ਹੈ। ਠੀਕ ਹੈ, ਤਾਂ ਤੁਹਾਨੂੰ ਥੈਰਾਟੀਕਲ ਕਨਸੈਪਟ ਜਸਟ ਮੈਂ ਇਸ ਵਾਸਤੇ ਕਰਵਾ ਰਹੀ ਹਾਂ ਕਿ ਜਦੋਂ ਨੂਮੈਰੀਕਲ ਕਰੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਦੈਟ ਵਿਚ ਇਜ਼ ਡਿਪੈਂਡੈਂਟ ਔਰ ਇੰਡੀਪੈਂਡੈਂਟ ਵੇਰੀਏਬਲ, ਔਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਇੰਡੀਪੈਂਡੈਂਟ ਵੇਰੀਏਬਲ ਹੈ ਉਹਦਾ ਡਿਪੈਂਡੈਂਟ ਦੇ ਉੱਤੇ ਇੰਪੈਕਟ ਪੈਂਦਾ ਹੈ। ਠੀਕ, ਨੈਕਸਟ ਹੈ ਆਬਜੈਕਟਿਵ ਔਰ ਇੰਪੋਰਟੈਂਸ ਆਫ ਟਾਈਮ ਸੀਰੀਜ਼। ਫਸਟ ਹੈ ਟਾਈਮ ਸੀਰੀਜ਼ ਦੇ ਨਾਲ ਕੀ ਹੁੰਦਾ ਹੈ? ਇਟ ਸਟੱਡੀਜ਼ ਦੀ ਪਾਸਟ ਬਿਹੇਵੀਅਰ ਆਫ ਦ ਡਾਟਾ। ਤੁਹਾਨੂੰ ਪਿਛਲੇ ਸਾਲਾਂ ਦੇ ਵਿੱਚ ਪਰਫੋਰਮੈਂਸ ਦਾ ਪਤਾ ਲੱਗਦਾ ਹੈ। ਟੂ ਫੋਰਕਾਸਟ ਫਿਊਚਰ ਬਿਹੇਵੀਅਰ, ਪ੍ਰੀਵੀਅਸ ਈਅਰ ਦੇ ਡਾਟਾ ਨੂੰ ਦੇਖ ਕੇ ਤੁਸੀਂ ਆਉਣ ਵਾਲੇ ਸਮੇਂ ਦੀ ਪ੍ਰੋਡਕਸ਼ਨ ਕਰ ਸਕਦੇ ਹੋ। then you can compare with the other series also। different series ਨੇ ਉਹਨਾਂ ਦੇ ਵਿੱਚ ਜਿਹੜਾ ਕੰਪੈਰੀਜ਼ਨ ਹੈ ਉਹ ਵੀ ਕਰ ਸਕਦੇ ਹੋ, ਤੇ ਫਿਰ ਤੁਸੀਂ ਉਸ ਕੰਪੈਰੀਜ਼ਨ ਦੇ ਵਿੱਚ ਕਿਉਂ ਉਹ 2 ਸੀਰੀਜ਼ ਦੇ ਵਿੱਚ ਵੇਰੀਏਸ਼ਨਸ ਆਈਆਂ ਨੇ ਉਹਨੂੰ ਵੀ ਐਨਾਲਿਸਿਸ ਕਰ ਸਕਦੇ ਹੋ। ਐਂਡ ਯੂ ਕੈਨ ਆਲਸੋ ਸਟੱਡੀ ਦ ਪ੍ਰੈਜੈਂਟ ਫਲਕਚੁਏਸ਼ਨਸ ਕਿ ਜਿਹੜੀਆਂ ਪ੍ਰੈਜੈਂਟ ਫਲਕਚੁਏਸ਼ਨਸ ਨੇ ਉਹ ਕਿਉਂ ਹੋ ਰਹੀਆਂ ਨੇ। ਤੁਸੀਂ ਜੋ ਆਪਣਾ ਆਬਜੈਕਟਿਵ ਲੈ ਕੇ ਚੱਲੇ ਸੀ ਉਹਦੇ ਵਿੱਚ ਕੀ ਕੀ ਅਚੀਵਮੈਂਟਸ ਹੋਈਆਂ, ਕੀ ਫੇਲੂਅਰਸ ਹੋਏ, ਉਹ ਵੀ ਤੁਹਾਨੂੰ ਟਾਈਮ ਸੀਰੀਜ਼ ਦੇ ਵਿੱਚ ਪਤਾ ਲੱਗੇ। ਇਟ ਮੀਨਸ ਟਾਈਮ ਸੀਰੀਜ਼ ਬੇਸਿਕਲੀ ਕੀ ਕਰਦਾ ਹੈ? ਪ੍ਰੈਜੈਂਟ, ਪਾਸਟ, ਫਿਊਚਰ ਤਿੰਨਾਂ ਨੂੰ ਦੇਖਦਾ ਹੈ। ਆਲਸੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਦੀ ਪ੍ਰੈਡਿਕਸ਼ਨ ਵੀ ਕਰ ਸਕਦੇ ਹੋ, ਅਤੇ ਅਦਰ ਸੀਰੀਜ਼ ਦੇ ਨਾਲ ਜਿਹੜਾ ਤੁਹਾਡਾ ਕੰਪੈਰੀਜ਼ਨ ਹੈ ਉਹ ਵੀ ਕਰ ਸਕਦੇ ਹੋ। ਦੈਨ ਐਸਟੀਮੇਸ਼ਨ ਆਫ ਟ੍ਰੇਡ ਸਾਈਕਲਸ ਐਜ਼ ਵੈਲ। ਟ੍ਰੇਡ ਸਾਈਕਲਸ ਆਪਾਂ ਪਹਿਲਾਂ ਕਰ ਚੁੱਕੇ ਹਾਂ, ਸੈਕਿੰਡ ਸਮੈਸਟਰ ਦੇ ਵਿੱਚ ਤੁਸੀਂ ਟ੍ਰੇਡ ਸਾਈਕਲਸ ਔਰ ਬਿਜ਼ਨਸ ਸਾਈਕਲਸ ਕੀਤੇ ਸੀ, ਜਿੱਥੇ ਬੂਮ, ਡਿਪਰੈਸ਼ਨ, ਰਿਸੈਸ਼ਨ ਦੀ ਅਸੀਂ ਗੱਲ ਕਰਦੇ ਹਾਂ। ਤਾਂ ਜਿਹੜੀ ਟਾਈਮ ਸੀਰੀਜ਼ ਹੈ ਉਹ ਜਿਹੜੇ ਵੇਰੀਅਸ ਟ੍ਰੇਡ ਸਾਈਕਲਸ ਆਉਂਦੇ ਨੇ ਜਿਹਦੇ ਕਰਕੇ ਪ੍ਰੋਫਿਟਸ ਔਰ ਲਾਸਿਸ ਹੁੰਦੇ ਨੇ ਉਹਨਾਂ ਨੂੰ ਵੀ ਦੱਸਦੀ ਹੈ। then next is components of time series। अगर by chance ਤੁਹਾਨੂੰ theoretical question ਆਉਂਦਾ ਹੈ then it will be asked on components of time series ਕਿ time series ਦੇ components ਕਿਹੜੇ ਕਿਹੜੇ ਨੇ। so components of time series are T, S, C, I। T stands for trend, S stands for seasonal variations, C stands for cyclic variations, and I stands for irregular or random variations। देखो बच्चे, अगर मैं सीधा नाम तो ही देखा, ट्रेंड का मतलब की होंदा है कि कोई चीज़ है जिहड़ी उहदा फैशन किधर नूं जा रहा, पर ट्रेंड देखते हैं ना कि इज़ इट अपवर्ड और इट इज़ डाउनवर्ड, उपर नूं जा रहा है या नीचे नूं जा रहा। उहदे बेस दे उत्ते ही तुसी आउण वाले समय दियां फ्यूचर दियां जिहड़ियां प्रोडिक्शनस ने वो करते हो कि पिछले साल दे विच की बिहेवियर सी कंज्यूमर्स दा टूवर्ड्स योर प्रोडक्ट। दिस इज़ ट्रेंड। इट मीनस ਤੁਹਾਡੀਆਂ ਜਿਹੜੀਆਂ ਫਿਊਚਰ ਸੇਲਸ ਹੋਣਗੀਆਂ ਉਹਦੇ ਵਿੱਚ ਕੰਸੀਡਰੇਬਲ ਜਿਹੜਾ ਕੰਪੋਨੈਂਟ ਹੋਊਗਾ ਉਹ
ਟ੍ਰੈਂਡ ਦਾ ਐਗਜ਼ਿਸਟ ਕਰੂਗਾ। ਤੁਸੀਂ ਪਿਛਲੇ ਸਾਲਾਂ ਦੀਆਂ ਇਹ ਚੀਜ਼ਾਂ ਨੂੰ ਦੇਖੋਗੇ। ਦੈਨ ਸੈਕਿੰਡ ਯੂ ਹੈਵ ਸੀਜ਼ਨਲ ਵੇਰੀਏਸ਼ਨ। ਹੁਣ ਦੇਖੋ ਕੁਝ ਕੰਪੋਨੈਂਟ ਹੁੰਦੇ ਨੇ ਜਿਹੜੇ ਵੈਦਰ ਦੇ ਉੱਤੇ ਡਿਪੈਂਡ ਕਰਦੇ ਨੇ, ਲਾਈਕ ਸਮਰ ਔਰ ਵਿੰਟਰ। ਦੇਖੋ ਜਿੰਨੀ ਆਈਸਕ੍ਰੀਮ ਸਮਰਸ ਦੇ ਵਿੱਚ ਸੇਲ ਹੁੰਦੀ ਹੈ ਉਨੀ ਵਿੰਟਰ 'ਚ ਨਹੀਂ ਹੁੰਦੀ ਹੈ, ਪਰ ਉਨੀ ਜਿੰਨੀ ਸਮਰ ਦੇ ਵਿੱਚ ਜ਼ਿਆਦਾ ਇਹਦੀ ਕੰਜ਼ੰਪਸ਼ਨ ਹੁੰਦੀ ਆ ਉਹ ਵਿੰਟਰ 'ਚ ਉਨੀ ਨਹੀਂ ਹੁੰਦੀ। ਹੁਣ ਅੰਬਰੈਲਾਜ਼ ਨੇ ਰੇਨੀ ਸੀਜ਼ਨ ਦੇ ਵਿੱਚ ਹੀ ਯੂਜ਼ ਕੀਤੇ ਜਾਂਦੇ ਨੇ, ਨਾਟ ਇਨ ਦਾ ਵਿੰਟਰ ਸੀਜ਼ਨ। ਸਮਰ ਦੇ ਵਿੱਚ ਵੀ ਲੋਕ ਸ਼ੇਡ ਸਨਸ਼ੇਡ ਤੋਂ ਜਿਹੜਾ ਹੈ ਸਨ ਤੋਂ ਬਚਣ ਲਈ ਵੀ ਜਿਹੜਾ ਅੰਬਰੈਲਾਜ਼ ਨੇ ਉਹਦੀ ਯੂਜ਼ੇਜ ਕਰਦੇ ਨੇ। ਸੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੀਜ਼ਨ ਕਰਕੇ ਉਹਨਾਂ ਦੀ ਡਿਮਾਂਡ ਹੈ ਜਿਹੜੀ ਉਹ ਅਫੈਕਟਡ ਹੁੰਦੀ ਹੈ। ਦੈਨ ਵੀ ਹੈਵ ਸਾਈਕਲਿਕ ਵੇਰੀਏਸ਼ਨ। ਹੁਣ ਸਾਈਕਲਿਕ ਵੇਰੀਏਸ਼ਨਸ ਦੇ ਵਿੱਚ ਦਿਸ ਇਜ਼ ਯੋਰ ਟ੍ਰੈਂਡ ਲਾਈਨ, ਦਿਸ ਇਜ਼ ਪੀਕ ਚੋਟੀ ਐਂਡ ਦਿਸ ਇਜ਼ ਟਰਫ। ਠੀਕ ਹੈ। ਹੁਣ ਜਦੋਂ ਅਸੀਂ ਪੀਕ 'ਤੇ ਹੁੰਦੇ ਹਾਂ ਬੂਮ ਪੀਰੀਅਡ ਹੁੰਦਾ ਹੈ, ਜਦੋਂ ਅਸੀਂ ਨੀਚੇ ਆਉਣਾ ਸ਼ੁਰੂ ਹੁੰਦੇ ਹਾਂ ਰਿਸੈਸ਼ਨ ਆ ਜਾਂਦਾ ਹੈ, ਬਿਲਕੁਲ ਟਰਫ ਦੇ ਉੱਤੇ ਡਿਪਰੈਸ਼ਨ ਆ ਜਾਂਦਾ ਹੈ। ਫਿਰ ਜਦੋਂ ਅਸੀਂ ਆਹ ਵਾਲੇ ਉੱਪਰ ਨੂੰ ਬੂਮ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦੇ ਹਾਂ ਦੈਟ ਇਜ਼ ਆਵਰ ਰਿਕਵਰੀ ਪੀਰੀਅਡ। ਸੋ ਸਾਈਕਲਿਕ ਵੇਰੀਏਸ਼ਨਸ ਕਰਕੇ ਸਾਡੀ ਜਿਹੜੀਆਂ ਫਿਊਚਰ ਸੇਲਸ ਨੇ ਉਹਨਾਂ ਦੇ ਉੱਤੇ ਕੀ ਇੰਪੈਕਟ ਪੈਂਦਾ ਹੈ ਉਹ ਸਾਈਕਲ। ਇਰਰੈਗੂਲਰ ਦੇ ਵਿੱਚ ਬੱਚੇ ਕੋਈ ਸਾਈਕਲੋਨ, ਵਾਰ ਔਰ ਫਲੱਡਸ, ਡਰੌਟ ਜਿਨ੍ਹਾਂ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਉਹਦੇ ਕਰਕੇ ਜੋ ਚੇਂਜਸ ਆਉਂਦੀਆਂ ਦੈਟ ਆਰ ਕਾਲਡ irregular or random variations. Rest we will do in the next video. Till then, goodbye beta.